वेलकम बैक। ਅੱਜ ਦਾ ਸਾਡਾ ਟੌਪਿਕ ਜੋ ਹੈ ਦੈਟ ਇਜ਼ ਫੰਡਾਮੈਂਟਲ ਫੋਰਸਿਸ। ਤਾਂ ਫੰਡਾਮੈਂਟਲ ਫੋਰਸਿਸ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਫੋਰਸਿਸ ਨੂੰ। ਤਾਂ ਫੋਰਸ ਕੀ ਹੈ? ਦੇਖੋ, ਪੁਸ਼ ਔਰ ਪੁੱਲ। ਕਿਸੇ ਵੀ ਚੀਜ਼ ਨੂੰ ਜਦੋਂ ਤੁਸੀਂ ਧੱਕਦੇ ਹੋ ਜਾਂ ਆਪਣੇ ਵੱਲ ਖਿੱਚਦੇ ਹੋ ਕਿਸੇ ਵੀ ਤਰੀਕੇ ਦੇ ਨਾਲ, ਦੈਟ ਇਜ਼ ਵਾਟ ਨੋਨ ਐਜ਼ ਅਪਲਾਈਡ ਫੋਰਸ। ਅਸੀਂ ਉਸ ਦੇ ਉੱਪਰ ਫੋਰਸ ਲਗਾ ਰਹੇ ਹਾਂ। ਫਰਦਰ ਅਗਰ ਅਸੀਂ ਫੋਰਸ ਨੂੰ ਡਿਵਾਈਡ ਕਰੀਏ ਤਾਂ ਫੋਰਸ ਦੀਆਂ ਦੋ ਕੈਟਾਗਰੀਜ਼ ਨੇ, ਫੰਡਾਮੈਂਟਲ ਐਂਡ ਸੈਕੰਡ ਇਜ਼ ਡਿਰਾਈਵਡ। ਹੁਣ ਫੰਡਾਮੈਂਟਲ ਕੀ ਨੇ? ਉਹ ਫੋਰਸਸ ਜੋ ਬਾਕੀ ਸਭ ਫੋਰਸਸ ਦੇ ਬੇਸ ਦੀ ਤਰ੍ਹਾਂ ਕੰਮ ਕਰਨਗੀਆਂ, ਆਧਾਰ ਦੀ ਤਰ੍ਹਾਂ ਕੰਮ ਕਰਨਗੀਆਂ, ਉਹਨਾਂ ਨੂੰ ਅਸੀਂ ਕਹਾਂਗੇ ਫੰਡਾਮੈਂਟਲ ਫੋਰਸਸ। ਐਂਡ ਉਹ ਫੋਰਸਸ ਜੋ ਇਹਨਾਂ ਫੰਡਾਮੈਂਟਲ ਫੋਰਸਸ ਤੋਂ ਅਸੀਂ ਡਿਰਾਈਵ ਕਰ ਸਕਦੇ ਹਾਂ, ਭਾਵ ਇਹਨਾਂ ਦੇ ਹੋਣ ਕਰਕੇ ਹੀ ਇਹ ਹੋਂਦ ਦੇ ਵਿੱਚ ਆਉਂਦੀਆਂ ਨੇ, ਐਗਜ਼ਿਸਟ ਕਰਦੀਆਂ ਨੇ, ਤਾਂ ਉਹਨਾਂ ਨੂੰ ਅਸੀਂ ਕਹਾਂਗੇ ਡਿਰਾਈਵਡ ਫੋਰਸਸ। ਤਾਂ ਹੁਣ ਫੰਡਾਮੈਂਟਲ ਦੀਆਂ ਅੱਗੇ ਟਾਈਪਸ ਜੋ ਨੇ, ਸਾਡੇ ਕੋਲ 4 ਟਾਈਪਸ ਨੇ। ਨੰਬਰ 1 ਹੈ ਗ੍ਰੈਵਿਟੇਸ਼ਨਲ ਫੋਰਸ, ਜਿਸ ਦੀ ਇੰਟਰੋਡਕਸ਼ਨ ਤੁਸੀਂ 9th ਕਲਾਸ ਦੇ ਵਿੱਚ ਲੈ ਚੁੱਕੇ ਹੋ। ਉਸ ਨੂੰ ਅਸੀਂ ਡਿਟੇਲ ਦੇ ਵਿੱਚ 11th ਦੇ ਵਿੱਚ ਸਟੱਡੀ ਕਰਨਾ ਹੈ। ਨੰਬਰ 2 ਇਜ਼ ਇਲੈਕਟ੍ਰੋਮੈਗਨੈਟਿਕ ਫੋਰਸ। ਨੰਬਰ 3 ਇਜ਼ ਸਟਰੋਂਗ ਨਿਊਕਲੀਅਰ ਫੋਰਸ। ਨੰਬਰ 4 ਇਜ਼ ਵੀਕ ਨਿਊਕਲੀਅਰ ਫੋਰਸ। ਇਹ ਅਸੀਂ ਅੱਜ ਸਟੱਡੀ ਕਰਨਾ ਹੈ। ਉਸ ਤੋਂ ਪਹਿਲਾਂ ਅਸੀਂ ਡਿਰਾਈਵਡ ਬਾਰੇ ਵੀ ਥੋੜਾ ਜਾਣ ਲੈਂਦੇ ਹਾਂ। ਤਾਂ ਡਿਰਾਈਵਡ ਫੋਰਸਸ ਕੀ ਨੇ? ਦੇਖੋ, ਟੈਂਸ਼ਨ ਹੋ ਗਈ ਕਿਸੇ ਸਟ੍ਰਿੰਗ ਦੇ ਵਿੱਚ, ਭਾਵ ਤੁਸੀਂ ਕਿਸੇ ਰੱਸੀ ਨੂੰ ਲਟਕਾਇਆ ਹੈ ਕਿਸੇ ਫਿਕਸਡ ਸਪੋਰਟ ਤੋਂ, ਤਾਂ ਉਹ ਰੱਸੀ ਦਾ ਹਰ ਮੋਲੀਕਿਊਲ ਇੱਕ ਫੋਰਸ ਨੂੰ ਜੋ ਹੈ ਮਹਿਸੂਸ ਕਰੇਗਾ। ਉਹ ਡਾਇਰੈਕਸ਼ਨ ਦੇ ਵਿੱਚ ਜੋ ਫੋਰਸ ਉਸ ਦੇ ਉੱਪਰ ਲੱਗੇਗੀ, ਦੈਟ ਵਿਲ ਬੀ ਟੈਂਸ਼ਨ ਇਨ ਦਾ ਸਟ੍ਰਿੰਗ ਡਿਊ ਟੂ ਦਾ ਸਪੋਰਟ, ਜਿਸ ਦੇ ਨਾਲ ਉਸ ਨੂੰ ਅਸੀਂ ਫਿਕਸ ਕੀਤਾ ਹੈ। ਅਨਦਰ ਇਜ਼ ਫ੍ਰਿਕਸ਼ਨਲ ਫੋਰਸ, ਜਿਹੜੀ ਕਿ ਤੁਸੀਂ 8th ਕਲਾਸ ਦੇ ਵਿੱਚ ਪੜ੍ਹੀ ਹੈ। ਹੁਣ ਫਰਦਰ ਤੁਸੀਂ 11th ਦੇ ਵਿੱਚ ਵੀ ਉਸ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਨਾ ਹੈ ਕਿ ਫ੍ਰਿਕਸ਼ਨਲ ਫੋਰਸ ਕਿਹੜੀ ਹੈ, ਜਿਹੜੀ ਦੋ ਆਬਜੈਕਟਸ ਦੇ ਵਿੱਚ ਉਦੋਂ ਪਲੇ ਦੇ ਵਿੱਚ ਆਉਂਦੀ ਹੈ ਜਦੋਂ ਉਹ ਇੱਕ ਦੂਸਰੇ ਦੇ ਸਰਫੇਸ ਦੇ ਉੱਪਰ ਮੂਵ ਕਰਦੇ ਨੇ। ਨੈਕਸਟ ਇਜ਼ ਵਿਸਕੋਸਿਟੀ। ਵਿਸਕੋਸਿਟੀ ਉਹ ਫੋਰਸ ਜੋ ਲਿਕੁਇਡ ਦੀਆਂ ਡਿਫਰੈਂਟ ਲੇਅਰਸ ਇੱਕ ਦੂਸਰੇ ਦੇ ਨਾਲ ਮੂਵ ਕਰਨ ਤੇ ਮਹਿਸੂਸ ਕਰਦੀਆਂ ਨੇ। ਹੋਰ ਬਹੁਤ ਸਾਰੀਆਂ ਫੋਰਸਸ ਨੇ, ਬੋਇੰਟ ਫੋਰਸਸ ਹੈ, ਮਸਕੂਲਰ ਫੋਰਸਸ ਹੈ, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਕੰਟੈਕਟ ਐਂਡ ਨਾਨ ਕੰਟੈਕਟ ਫੋਰਸਸ ਨੇ ਜੋ ਨੇਚਰ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ। ਤਾਂ ਉਹ ਆਲਮੋਸਟ ਸਾਰੀਆਂ ਡਿਰਾਈਵਡ ਫੋਰਸਸ ਦੇ ਵਿੱਚ ਆ ਜਾਂਦੀਆਂ ਨੇ, ਔਰ ਉਹ ਕਿੰਨਾ ਤੋਂ ਡੈਰੀਵੇਬਲ ਨੇ? ਉਹ ਇਹਨਾਂ ਫੰਡਾਮੈਂਟਲ ਫੋਰਸਸ ਤੋਂ ਡੈਰੀਵੇਬਲ ਨੇ, ਜਿਨ੍ਹਾਂ ਨੂੰ ਹੁਣ ਅਸੀਂ ਡਿਸਕਸ ਕਰਨਾ ਹੈ। First type of fundamental forces which we are going to study is gravitational force. The gravitational force की है? देखो, this is the force by virtue of mass. भाव कि किसी भी ऑब्जेक्ट का मास ਹੁੰਦਾ है, ਸਾਨੂੰ ਪਤਾ है जो भी bodies ਦੇ masses ਨੇ ਉਹਨਾਂ ਦੇ ਕਰਕੇ ਉਹ ਜੋ ਫੋਰਸ ਮਹਿਸੂਸ ਕਰਨਗੀਆਂ ਇੱਕ ਦੂਸਰੇ ਦੀ ਪ੍ਰੈਜ਼ੈਂਸ ਦੇ ਕਰਕੇ ਐਟਮੋਸਫੇਅਰ ਦੇ ਵਿੱਚ, ਤਾਂ ਉਸ ਨੂੰ ਅਸੀਂ ਕਹਾਂਗੇ ਗ੍ਰੈਵਿਟੇਸ਼ਨਲ ਫੋਰਸ। ਤਾਂ ਇਸ ਦਾ ਭਾਵ ਕੀ ਹੋਇਆ ਕਿ ਸਾਡੇ ਆਸ-ਪਾਸ ਜੋ ਵੀ ਆਬਜੈਕਟ ਐਗਜ਼ਿਸਟ ਕਰ ਰਹੇ ਨੇ, ਅਗਰ ਤੁਸੀਂ ਰੂਮ ਦੇ ਵਿੱਚ ਬੈਠੇ ਹੋ, ਤੁਹਾਡੇ ਆਸ-ਪਾਸ ਚੇਅਰ ਪਈ ਹੈ, ਕੋਈ ਟੇਬਲ ਪਿਆ ਹੈ, ਕੋਈ ਤੁਹਾਡਾ ਫਰੈਂਡ ਤੁਹਾਡੇ ਆਸ-ਪਾਸ ਬੈਠਾ ਹੈ, ਕੋਈ ਫੈਨ ਚੱਲ ਰਿਹਾ ਹੈ, ਤਾਂ ਸਾਰੀਆਂ ਚੀਜ਼ਾਂ ਦਾ ਮਾਸ ਹੈ। ਤਾਂ ਉਸ ਮਾਸ ਦੇ ਕਰਕੇ ਗ੍ਰੈਵਿਟੇਸ਼ਨਲ ਫੋਰਸ ਜੋ ਹੈ ਉਹ ਐਗਜ਼ਿਸਟੈਂਸ ਦੇ ਵਿੱਚ ਆਉਂਦੀ ਹੈ। ਨੰਬਰ 2, ਦੂਸਰਾ ਇੰਪੋਰਟੈਂਟ ਪੁਆਇੰਟ ਰਿਲੇਟਡ ਟੂ ਗ੍ਰੈਵਿਟੇਸ਼ਨਲ ਫੋਰਸ ਇਜ਼ ਕਿ ਇਹ ਇੱਕ ਸੈਂਟਰਲ ਫੋਰਸ ਹੈ। ਸੈਂਟਰਲ ਫੋਰਸ ਮੀਨਸ ਕਿ ਇਹ ਅਗਰ ਦੋ ਆਬਜੈਕਟਸ ਦੇ ਵਿੱਚ ਐਗਜ਼ਿਸਟ ਕਰ ਰਹੀ ਹੈ ਤਾਂ ਇਹ ਇੱਕ ਬੋਡੀ ਦੇ ਸੈਂਟਰ ਤੋਂ ਦੂਸਰੀ ਬੋਡੀ ਦੇ ਸੈਂਟਰ ਤੱਕ ਲੱਗਦੀ ਹੈ। ਇਟ ਮੀਨਸ ਕਿ ਜਦੋਂ ਅਸੀਂ ਇਸ ਨੂੰ ਕੈਲਕੂਲੇਟ ਕਰਾਂਗੇ ਤਾਂ ਅਸੀਂ ਡਿਸਟੈਂਸ ਜੋ ਲਵਾਂਗੇ, that will be the distance between the center of two bodies। ਤਾਂ ਇਹ ਕੀ ਹੈ? ਇੱਕ ਸੈਂਟਰਲ ਫੋਰਸ ਹੈ। ਨੰਬਰ 3, ਇਹ ਇੱਕ ਯੂਨੀਵਰਸਲ ਫੋਰਸ ਹੈ। ਯੂਨੀਵਰਸਲ ਭਾਵ ਕਿ ਇਸ ਯੂਨੀਵਰਸ ਦੇ ਵਿੱਚ ਹਰ ਆਬਜੈਕਟ ਜੋ ਸਾਨੂੰ ਦਿਖਾਈ ਦੇ ਰਿਹਾ ਹੈ, ਜਿਸ ਦਾ ਕੋਈ ਮਾਸ ਹੈ, ਉਹ ਗ੍ਰੈਵਿਟੇਸ਼ਨਲ ਫੋਰਸ ਨੂੰ ਮਹਿਸੂਸ ਕਰੇਗਾ। ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਸਾਡੇ ਸਾਹਮਣੇ ਜਿਸ 'ਚ ਅਸੀਂ ਗ੍ਰੈਵਿਟੇਸ਼ਨਲ ਫੋਰਸ ਦੇ ਇਫੈਕਟ ਨੂੰ ਦੇਖ ਸਕਦੇ ਹਾਂ। ਫॉर एग्जांपल ਮੋਸ਼ਨ ਆਫ ਪਲੈਨਟਸ ਅਰਾਊਂਡ ਦਾ ਸਨ। ਤੁਹਾਨੂੰ ਪਤਾ ਹੈ ਕਿ ਅਗਰ ਇਹ ਸਨ ਹੈ ਤਾਂ ਸਨ ਦੇ ਅਰਾਊਂਡ ਐਲਿਪਟੀਕਲ ਆਰਬਿਟ ਦੇ ਵਿੱਚ ਡਿਫਰੈਂਟ ਪਲੈਨਟਸ ਜੋ ਨੇ ਉਹ ਮੂਵ ਕਰਦੇ ਨੇ, ਰੋਟੇਟ ਕਰਦੇ ਨੇ ਅਰਾਊਂਡ ਸਨ। ਤਾਂ ਇਹ ਕਿਉਂ ਹੁੰਦਾ ਹੈ? ਡਿਊ ਟੂ ਗ੍ਰੈਵਿਟੇਸ਼ਨਲ ਫੋਰਸ। ਬਿਫੋਰ ਡਿਸਕਸਿੰਗ ਦਿਸ ਆਪਾਂ ਇੱਕ ਹੋਰ ਪੁਆਇੰਟ ਸਟੱਡੀ ਕਰ ਲਈਏ ਕਿ ਇਟ ਇਜ਼ ਆਲਵੇਜ਼ ਅਟਰੈਕਟਿਵ ਇਨ ਨੇਚਰ, ਕਿ ਗ੍ਰੈਵਿਟੇਸ਼ਨਲ ਫੋਰਸ ਜੋ ਹੈ दैट इज ऑलवेज अट्रैक्टिव। ये हमेशा अट्रैक्टिव होंगी है, भाव कोई भी दो ऑब्जेक्ट एक दूसरे प्रति एक खिंच जो है वो महसूस करते हैं ड्यू
ਟੂ ਪ੍ਰੈਜ਼ੈਂਸ ਆਫ ਈਚ ਅਦਰ। ਤਾਂ ਇਹ ਅਟਰੈਕਟਿਵ ਫੋਰਸ ਹੋਣ ਦੇ ਕਰਕੇ ਹੀ ਪਲੈਨਟਸ ਜੋ ਨੇ ਅਰਾਊਂਡ ਦਾ ਸਨ ਮੂਵ ਕਰਦੇ ਨੇ। ਫਿਰ ਤੁਸੀਂ ਕਹੋਗੇ ਕਿ ਅਗਰ ਇਹ ਪਲੈਨਟਸ ਜੋ ਨੇ ਦੇ ਆਰ ਫੀਲਿੰਗ ਅਟਰੈਕਸ਼ਨ ਡਿਊ ਟੂ ਸਨ, ਤਾਂ ਉਹ ਇਸ ਸਨ ਦੇ ਨਾਲ ਆ ਕੇ ਚਿਪਕ ਕਿਉਂ ਨਹੀਂ ਜਾਂਦੇ, ਉਹ ਇੱਕ ਆਪਣੇ ਔਰਬਿਟ ਦੇ ਵਿੱਚ ਹੀ ਕਿਉਂ ਘੁੰਮਦੇ ਰਹਿੰਦੇ ਨੇ? ਇਸ ਦਾ ਕਾਰਨ ਇਹ ਹੈ ਕਿ ਨੇਚਰ ਦੇ ਵਿੱਚ ਸਿਰਫ ਇੱਕ ਗ੍ਰੈਵੀਟੇਸ਼ਨਲ ਫੋਰਸ ਹੀ ਐਕਟ ਨਹੀਂ ਕਰ ਰਹੀ, ਹੋਰ ਬਹੁਤ ਸਾਰੀਆਂ ਫੋਰਸਸ ਨੇ ਜੋ ਇੱਥੇ ਐਕਟ ਕਰਦੀਆਂ ਨੇ ਔਰ ਇਹ ਇੱਕ ਦੂਸਰੇ ਨੂੰ ਕਾਊਂਟਰ ਬੈਲੈਂਸ ਕਰਦੀਆਂ ਨੇ, ਜਿਸ ਦੇ ਕਰਕੇ ਪਲੈਨਟਸ ਜੋ ਨੇ ਆਪਣੇ ਇੱਕ ਫਿਕਸ ਔਰਬਿਟ ਦੇ ਵਿੱਚ ਅਰਾਊਂਡ ਦਾ ਸਨ ਰਿਵੋਲਵ ਕਰਦੇ ਰਹਿੰਦੇ ਨੇ। ਤਾਂ ਉਹਨਾਂ ਬਾਰੇ ਵੀ ਤੁਸੀਂ 11th ਦੇ ਵਿੱਚ ਹੀ ਪੜ੍ਹੋਗੇ। ਤੁਸੀਂ ਸੈਂਟਰੀਪੀਟਲ ਐਂਡ ਸੈਂਟਰੀਫਿਊਗਲ ਫੋਰਸਸ ਪੜ੍ਹਨੀਆਂ ਨੇ, ਜਿਹੜੀਆਂ ਕਿ ਕਾਊਂਟਰ ਬੈਲੈਂਸ ਕਰਦੀਆਂ ਨੇ ਗ੍ਰੈਵੀਟੇਸ਼ਨਲ ਫੋਰਸ ਨੂੰ, ਔਰ ਪਲੈਨਟਸ ਜੋ ਨੇ ਅਰਾਊਂਡ ਦਾ ਸਨ ਐਲਿਪਟੀਕਲ ਆਰਬਿਟ ਦੇ ਵਿੱਚ ਹੀ ਮੂਵ ਕਰਦੇ ਰਹਿੰਦੇ ਨੇ। ਯੂਨੀਵਰਸਲ ਦਾ ਮੀਨਿੰਗ ਕੀ ਹੋਇਆ ਕਿ ਯੂਨੀਵਰਸਲੀ ਜੋ ਵੀ ਟੈਰੇਸਟਰੀਅਲ ਆਬਜੈਕਟਸ ਨੇ ਸਾਡੇ ਲੈਵਲ ਤੇ, ਜੇਕਰ ਅਸੀਂ ਗੱਲ ਕਰੀਏ ਹਿਊਮਨ ਬੀਇੰਗਸ ਜੋ ਨੇ ਆਸ-ਪਾਸ ਡੀਲ ਕਰਦੇ ਹਾਂ ਅਸੀਂ ਇੱਕ ਦੂਸਰੇ ਨਾਲ, ਤਾਂ ਸਾਡੇ ਸਾਹਮਣੇ ਵੀ ਉਹ ਫੋਰਸ ਜੋ ਹੈ ਉਹ ਆਉਂਦੀ ਹੈ, ਬਟ ਉਸ ਨੂੰ ਅਸੀਂ ਆਬਜ਼ਰਵ ਕਿਉਂ ਨਹੀਂ ਕਰ ਪਾਉਂਦੇ? ਇਹ ਸਾਡਾ ਗ੍ਰੈਵੀਟੇਸ਼ਨਲ ਚੈਪਟਰ ਦਾ ਟੌਪਿਕ ਹੈ, ਕਿਉਂਕਿ ਉਸ ਦੇ ਵਿੱਚ ਅਸੀਂ ਡੀਲ ਕਰਾਂਗੇ ਗ੍ਰੈਵੀਟੇਸ਼ਨਲ ਕਨਸਟੈਂਟ ਦੇ ਨਾਲ ਕਿ ਗ੍ਰੈਵੀਟੇਸ਼ਨਲ ਕਨਸਟੈਂਟ ਦੀ ਵੈਲਿਊ ਜੋ ਹੈ ਉਹ ਬਹੁਤ ਛੋਟੀ ਹੈ। ਬਹੁਤ ਛੋਟੀ ਹੋਣ ਕਰਕੇ ਗ੍ਰੈਵੀਟੇਸ਼ਨਲ ਫੋਰਸ ਦਾ ਇਫੈਕਟ ਜੋ ਹੈ ਤੁਹਾਨੂੰ ਆਮ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਜ਼ਿਆਦਾ ਨਹੀਂ ਮਿਲਦਾ, ਪਰ ਉਦੋਂ ਤੁਹਾਨੂੰ ਬਹੁਤ ਕਲੀਅਰਲੀ ਦਿਖਦਾ ਹੈ ਜਦੋਂ ਕੋਈ ਇਨਸਾਨ ਛੱਤ ਤੋਂ ਨੀਚੇ ਗਿਰਦਾ ਹੈ ਕਿ ਉਹ ਕਿੰਨੀ ਜ਼ਿਆਦਾ ਫੋਰਸ ਦੇ ਨਾਲ ਧਰਤੀ ਦੇ ਨਾਲ ਆ ਕੇ ਟਕਰਾਉਂਦਾ ਹੈ। ਤਾਂ ਉਹ ਕਿਸ ਦੇ ਕਰਕੇ ਹੈ? ਜਸਟ ਡਿਊ ਟੂ ਗ੍ਰੈਵੀਟੇਸ਼ਨਲ ਫੋਰਸ। ਕੋਈ ਵੀ ਚੀਜ਼ ਉੱਪਰੋਂ ਨੀਚੇ ਗਿਰਦੀ ਹੈ, that is due to gravitational force। नेक्स्ट पॉइंट जो इसका है that is its range, that is infinity। infinity ਭਾਵ ਕਿ ਜਿਹੜੇ ਵੀ ਦੋ ਆਬਜੈਕਟਸ ਨੂੰ ਤੁਸੀਂ ਅੰਡਰ ਸਟੱਡੀ ਲੈ ਰਹੇ ਹੋ, ਚਾਹੇ ਉਹ ਇਨਫਾਈਨਾਈਟ ਡਿਸਟੈਂਸ ਦੇ ਉੱਪਰ ਨੇ, ਤਾਂ ਵੀ ਉਹਨਾਂ ਦੇ ਉੱਪਰ ਗ੍ਰੈਵੀਟੇਸ਼ਨਲ ਫੋਰਸ ਜੋ ਹੈ ਐਕਟ ਕਰੇਗੀ। ਡਜ਼ਨਟ ਮੈਟਰ ਕਿ ਉਸਦਾ ਮੈਗਨੀਟਿਊਡ ਕਿੰਨਾ ਹੈ, ਬਹੁਤ ਸਮਾਲ ਹੋ ਸਕਦਾ ਹੈ, ਪਰ ਉਹ ਰਹੇਗਾ ਜ਼ਰੂਰ। ਜੇਕਰ ਕਿਸੇ ਦੋ ਚੀਜ਼ਾਂ ਦੇ ਵਿੱਚ ਇਨਫਾਈਨਾਈਟ ਡਿਸਟੈਂਸ ਹੈ, ਬਹੁਤ ਜ਼ਿਆਦਾ ਡਿਸਟੈਂਸ ਹੈ, ਤਾਂ ਫੋਰਸ ਦਾ ਜੋ ਮੈਗਨੀਟਿਊਡ ਹੈ ਉਹ ਬਹੁਤ ਘਟਦਾ ਜਾਏਗਾ, ਨੀਅਰਲੀ ਜ਼ੀਰੋ ਹੋ ਜਾਏਗਾ, ਪਰ ਜ਼ੀਰੋ ਕਦੇ ਵੀ ਨਹੀਂ ਹੋਏਗਾ। ਤਾਂ ਤੁਸੀਂ ਈਜ਼ੀਲੀ ਦੱਸ ਸਕਦੇ ਹੋ ਕਿ ਕਿੱਥੇ ਕਿੱਥੇ ਤੁਸੀਂ ਗ੍ਰੈਵੀਟੇਸ਼ਨਲ ਫੋਰਸ ਦਾ ਇਫੈਕਟ ਦੇਖਦੇ ਹੋ। ਫਾਲਿੰਗ ਆਬਜੈਕਟਸ ਦੇ ਵਿੱਚ, ਕੋਈ ਆਬਜੈਕਟ ਧਰਤੀ ਦੇ ਵੱਲ ਅਟਰੈਕਟ ਹੁੰਦਾ ਹੈ। ਫਾਰਮੇਸ਼ਨ ਆਫ ਸਟਾਰਸ, ਜਦੋਂ ਤਾਰੇ ਬਣਦੇ ਨੇ, ਦੇਖੋ ਜਦੋਂ ਗਲੈਕਸੀਜ਼ ਬਣਦੀਆਂ ਨੇ, ਫਾਰਮੇਸ਼ਨ ਆਫ ਸਟਾਰਸ ਔਰ ਗਲੈਕਸੀਜ਼, ਤਾਂ ਸਾਰਾ ਕਿਸ ਦੇ ਕਰਕੇ ਹੁੰਦਾ ਹੈ? ਗ੍ਰੈਵਿਟੇਸ਼ਨ ਦੇ ਕਰਕੇ ਹੁੰਦਾ ਹੈ। ਰੋਟੇਸ਼ਨਲ ਮੋਸ਼ਨ ਆਫ ਡਿਫਰੈਂਟ ਪਲੈਨਟਸ ਅਰਾਊਂਡ ਦਾ ਸਨ, ਉਹ ਵੀ ਗ੍ਰੈਵਿਟੇਸ਼ਨਲ ਫੋਰਸ ਦੇ ਕਰਕੇ ਹੈ। ਤਾਂ ਲਹਿਰਾਂ ਉੱਠਦੀਆਂ ਨੇ ਸਮੁੰਦਰਾਂ ਦੇ ਵਿੱਚ, ਜਵਾਰ ਭਾਟੇ ਉੱਠਦੇ ਨੇ, that is also due to gravitational force which acts between the earth and moon। ਤਾਂ gravitational force ਜੋ ਹੈ that is the utmost important force in the nature, that is why we are taking it in fundamental force। ਤਾਂ ਦੂਸਰੀ ਫੋਰਸ ਦੇ ਵੱਲ ਵਧਦੇ ਹਾਂ, that is electromagnetic force। ਇਲੈਕਟ੍ਰੋਮੈਗਨੈਟਿਕ ਫੋਰਸ ਕੀ ਹੈ? ਦੇਖੋ, that is the force due to charged particles। ਹੁਣ ਅਗਰ ਅਸੀਂ ਚਾਰਜ ਪਾਰਟੀਕਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਦੋ ਕੇਸਿਸ ਆਉਂਦੇ ਨੇ, whether static charge ਔਰ ਮੂਵਿੰਗ ਚਾਰਜ। ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਕੋਈ ਚਾਰਜ ਰੈਸਟ ਦੇ ਉੱਪਰ ਹੈ ਤਾਂ ਉਸ ਦੇ ਨਾਲ ਇੱਕ ਫੀਲਡ ਐਸੋਸੀਏਟ ਹੁੰਦਾ ਹੈ, that is called electric field। ਇਲੈਕਟ੍ਰਿਕ ਫੀਲਡ ਕੀ ਹੈ? ਬਹੁਤ ਸਿੰਪਲ ਦੀ ਭਾਸ਼ਾ ਦੇ ਵਿੱਚ ਜੇ ਤੁਹਾਨੂੰ ਦੱਸਿਆ ਜਾਵੇ, ਕਿਉਂਕਿ ਹਜੇ ਤੁਹਾਡਾ ਇਹ ਟੌਪਿਕ ਨਹੀਂ ਹੈ, 12th ਦੇ ਵਿੱਚ ਤੁਸੀਂ ਇਸ ਦੇ ਨਾਲ ਬਹੁਤ ਡਿਟੇਲ ਦੇ ਵਿੱਚ ਸਟੱਡੀ ਕਰੋਗੇ। ਇਲੈਕਟ੍ਰਿਕ ਫੀਲਡ ਸਿਰਫ ਉਸ ਚੀਜ਼ ਦਾ ਅਸਰ ਹੈ ਜੋ ਇੱਕ ਚਾਰਜ ਜੋ ਹੈ ਦੂਸਰੇ ਚਾਰਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਲਗਾਉਂਦਾ ਹੈ। ਫॉर ਐਗਜ਼ਾਮਪਲ, ਅਗਰ ਤੁਸੀਂ ਕਲਾਸ ਦੇ ਵਿੱਚ ਬੈਠੇ ਹੋ ਤਾਂ ਟੀਚਰ ਜਦੋਂ ਕਲਾਸ ਦੇ ਵਿੱਚ ਐਂਟਰ ਹੁੰਦਾ ਹੈ, ਉਸ ਦਾ ਇੱਕ ਤੁਹਾਡੇ ਤੇ ਅਸਰ ਹੁੰਦਾ ਹੈ, that is what known as his field। ਤਾਂ ਉਹੀ ਇੱਕ ਚਾਰਜ ਦੇ ਲਈ ਹੈ ਕਿ ਅਗਰ ਕਿਸੇ ਜਗ੍ਹਾ ਦੇ ਉੱਪਰ ਸਪੇਸ ਦੇ ਵਿੱਚ ਕੋਈ ਚਾਰਜ ਪਿਆ ਹੈ ਔਰ ਉਸਦੇ ਸੰਪਰਕ ਦੇ ਵਿੱਚ ਕੋਈ ਦੂਸਰਾ ਚਾਰਜ ਆਉਂਦਾ ਹੈ, ਜਾਂ ਉਸਦੇ ਆਸ-ਪਾਸ ਨੇਬਰਹੁੱਡ ਦੇ ਵਿੱਚ ਕੋਈ ਦੂਸਰਾ ਚਾਰਜ ਪਿਆ ਹੈ, ਤਾਂ ਉਸਦੇ ਉੱਪਰ ਕੋਈ ਉਸਦਾ ਅਸਰ ਹੁੰਦਾ ਹੈ। ਤਾਂ ਉਹ ਜੋ ਮਿਊਚੁਅਲ ਅਸਰ ਜੋ ਹੋਏਗਾ ਚਾਰजेस ਦਾ ਇੱਕ ਦੂਸਰੇ ਦੇ ਉੱਪਰ, that will be their electric fields। ਤਾਂ ਇਹ ਇਲੈਕਟ੍ਰਿਕ ਫੀਲਡ ਕਦੋਂ ਆਉਂਦਾ ਹੈ? ਦੇਖੋ, ਸਟੈਟਿਕ ਚਾਰਜ ਦੇ ਕੇਸ ਦੇ ਵਿੱਚ ਵੀ ਹੋਏਗਾ ਐਂਡ ਮੂਵਿੰਗ ਚਾਰਜ ਦੇ ਵਿੱਚ ਵੀ ਹੋਏਗਾ। The electric field will prevail for both of the charges, for static too and for moving charges too। बट ਜਦੋਂ ਚਾਰजेस मूव करना स्टार्ट कर देंगे तो उस तरह उन्होंने कोल एक होर फील्ड भी होता है, that is मैग्नेटिक फील्ड।
गल तो समझ आ गई कि चार्ज चाहे खड़ा होवे चाहे मूव कर रहा होवे उसका कोई इलैक्ट्रिक फील्ड होएगा, जिवें कि एक टीचर का हुंदा है क्लास दे विच, चाहे वो स्टैटिक होवे चाहे वो मूविंग होवे, उसका कोई ना कोई फील्ड हुंदा है, उसनूं असीं चार्ज दे केस लई कहते हैं उसका इलैक्ट्रिक फील्ड। बट जो चार्ज मूव करना स्टार्ट कर देगा तो इलैक्ट्रिक फील्ड तो होएगा ही होएगा, उसका एक मैग्नेटिक फील्ड भी होएगा। तो जदों ये दोनों फील्ड्स एक दूसरे नाल इंटरैक्ट करते हैं तो उदों साडे कोले फोर्सेस किहड़ियां आउंदियां ने, दैट इज इलैक्ट्रोमैग्नेटिक फोर्स। भाव जदों असीं चार्जस नूं स्टडी करांगे चाहे वो रेस्ट दे ने चाहे वो मोशन दे विच ने, उस टाइम ते जो साडे कोल फोर्सेस अराइज होणगियां उन्हां नूं असीं कहंदे हां इलैक्ट्रोमैग्नेटिक फोर्स। तो ये फोर्सेस एक्ट किवें करनगियां? फॉर एग्जांपल असीं एक एटम लईए, एटम के इनसाइड न्यूक्लियस है, बाहर इलैक्ट्रॉन्स ने, एवें करके शायद दे विच तुसीं बोहर दा मॉडल जो है वो पढ़िया है, एवें इलैक्ट्रॉन्स ने। तो इलैक्ट्रॉन के उपर सानूं पता है नैगेटिव चार्जस रहिंदे ने और प्रोटॉन के उपर पॉजिटिव चार्जस रहिंदे ने विच आर लाइंग इनसाइड द न्यूक्लियस। तो प्रोटॉन का पॉजिटिव एंड इलैक्ट्रॉन का नैगेटिव चार्ज जो ने वो एक दूसरे नाल इंटरैक्ट करते हैं और एटम नूं इलैक्ट्रिकली न्यूट्रल करते हैं। तो ये कॉन्सैप्ट जो है उसनूं असीं स्टडी कर पा रहे हैं अंडर द कॉन्सैप्ट ऑफ इलैक्ट्रोमैग्नेटिक फोर्स। इलैक्ट्रोमैग्नेटिक फोर्स का ओरिजिन दैट इज चार्ज। जिस तरीके नाल ग्रेविटेशनल फोर्स बाय वर्चू ऑफ इट्स मास सी ऑब्जेक्ट दे लई, उसी तरीके नाल इलैक्ट्रोमैग्नेटिक फोर्स इज ड्यू टू इट्स चार्ज। नंबर 2, दिस टू इज अ सेंट्रल फोर्स, कि ये भी एक चार्ज पार्टिकल दे सेंटर तो दूसरे चार्ज पार्टिकल दे सेंटर तक जो है वो काम करती है, तो यह भी की होएगी एक सेंट्रल फोर्स होएगी। नंबर 3, इनफाइनाइट रेंज। ग्रेविटेशनल के केस भी असी डिस्कस किया कि ग्रेविटेशनल फोर्स इनफाइनाइट डिस्टेंस तक काम करदियां ने, भाव दो ऑब्जेक्ट्स एक दूसरे तो जिन्नी मर्जी दूर होण उन्हां दे मासस दे करके ग्रेविटेशनल फोर्स एक्ट करती है। इन द सेम मैनर दो चार्जस चाहे इनफाइनाइट डिस्टेंस के उपर पे होण फिर भी उन्हां दे विच जो है इलैक्ट्रोमैग्नेटिक फोर्स एक्ट जरूर करती है, तो इसकी रेंज की हुई इनफाइनाइट हुई। तो इसकी उदाहरण की है, जिवें धरती के उपर बिजली डिगदी है मान लो, तो इत्थे कोई पेड़ खड़ा है, इत्थे कोई बिल्डिंग है मान लो, तो बिजली क्यों गिरती है? आयनोस्फीयर दे करके। साडे एटमोसफीयर दी डिफरेंट लेयर्स ने एंड आयनोस्फीयर काफी ऊपर रह जाती है। देखो आयनोस्फीयर तो बाद होता है एक्सोस्फीयर के ऑलमोस्ट आउटर एटमोसफीयर का जो है ये पार्ट आ गया, दैट इज आयनोस्फीयर। तो आयनोस्फीयर दे विच बहुत सारे आयन्स होंदे ने गैसेस दे, वो जदों उन्हां आयन्स दी इंटरैक्शन होंदी है ऑन द आयन्स विच आर प्रेजेंट इन द एटमोसफीयर अबव अस, तो इन्हां दी आपसी इंटरैक्शन दे करके जो है वो आसमानी बिजली गिरती है। तो इत्थे तुसीं देख सकते हो डिस्टेंस कितना ज़्यादा है बट स्टिल देयर इज इंटरैक्शन बिटवीन द चार्ज पार्टिकल्स, तो इसनूं असीं की कहांगे इलैक्ट्रोमैग्नेटिक फोर्स कहांगे। दैन इसकी रेंज की हुई इनफाइनाइट हुई। नेक्स्ट पॉइंट इज इट प्रिवेल्स एट एटॉमिक लेवल। की मतलब है, देखो असीं ग्रेविटेशनल फोर्स के केस दे विच ये पॉइंट डिस्कस करना भुल गए सी। तो ग्रेविटेशनल फोर्स जो है वो सानू लार्जली कित्थे ऑब्जर्व हुंदी है, जिथे असीं मैक्रो लैवल की गल करते हैं, भाव वो ऑब्जेक्ट्स जो सानू दिखाई दिंदे ने ईजीली चलते फिरते, जां टैरेस्ट्रीयल ऑब्जेक्ट्स जिन्हां नूं असीं कह सकते हैं, जां सैलेशियल कह सकते हैं, भाव आसमान दे विच जो डिफरेंट मीटियोर्स मीटियोराइट्स ने, एस्टेरॉइड्स ने, प्लैनेट्स ने, मून है, सैटेलाइट्स ने फॉर एग्जाम्पल, तो उन्हां दे विच जो फोर्स डील कर रही सी मेनली दैट वाज ग्रेविटेशनल फोर्स। तो उसका डोमेन की हो गया, एक मैक्रो डोमेन हो गया मेनली। बट इलैक्ट्रोमैग्नेटिक फोर्स का डोमेन जो है दैट इज एटॉमिक लेवल। क्यों? एटम्स दे विच भी चार्ज पार्टिकल्स हुंदे ने, वो जदों एक दूसरे नाल इंटरैक्ट करते हैं तो इलैक्ट्रोमैग्नेटिक फोर्स जो है वो सामने आती है। पॉइंट इज द स्ट्रेंथ। इज द स्ट्रेंथ जो है दैट इज स्ट्रेंथ इज 36 टाइम्स स्ट्रोंगर देन ग्रेविटेशनल। तो सिंपल जिहा मीनिंग ये है कि जे असीं आखिए कि एक इंसान को पावर है 1 गुना ते दूसरा उसको स्ट्रोंग है 2 गुना, तो असीं उसनूं कहंदे हां 2 गुना। इस तरीके नाल असीं उसनूं लिखदे हां कि जेकर तेरे कोल कोई शक्ति है तो मेरे कोल उस तो दुगनी शक्ति है, तो असीं उसनूं 2 गुना नाल लिखदे हां। तो उसी तरीके नाल जे असीं ग्रेविटेशनल फोर्स दे मैग्नीट्यूड नूं 1 मान लईए किसी केस दे विच,
ਤਾਂ ਸੇਮ ਕੇਸ ਦੇ ਵਿੱਚ ਇਲੈਕਟ੍ਰੋਮੈਗਨੈਟਿਕ ਫੋਰਸ ਹੋਏਗੀ that will be 10⁻36। ਇਸ ਦਾ ਕੀ ਭਾਵ ਹੈ ਕਿ 10 ਦੇ ਪਿੱਛੇ ਤੁਸੀਂ 35 ਜ਼ੀਰੋਜ਼ ਹੋਰ ਲਗਾ ਦਿਓ, ਜੋ ਤੁਹਾਡੇ ਕੋਲ ਨੰਬਰ ਆਏਗਾ that is the magnitude by what the electromagnetic forces are stronger than the gravitational force. Next point is electromagnetic force जो है that can be attractive and repulsive too. इसका ਕੀ मतलब है कि ਜੇਕਰ ਤਾਂ electromagnetic force unlike charges ਦੇ ਵਿੱਚ ਹੈ ਤਾਂ ਇਹ attractive ਹੋਏਗੀ, ਤੁਸੀਂ ਹੁਣ ਤੱਕ ਬਹੁਤ ਵਾਰੇ ਪੜਿਆ ਹੈ। ਪਰ ਜੇਕਰ ਇਹ like charges ਦੇ ਵਿੱਚ ਹੈ, प्लस प्लस ਦੇ ਵਿੱਚ ਹੈ ਜਾਂ ਮਾਈਨਸ ਮਾਈਨਸ ਦੇ ਵਿੱਚ ਹੈ, ਤਾਂ ਇਹ repulsive ਹੋਏਗੀ, ਜਿਹੜੀ ਕਿ gravitational ਦੇ ਕੇਸ ਦੇ ਵਿੱਚ ਸਿਰਫ ਅਟਰੈਕਟਿਵ ਹੀ ਸੀ। ਐਗਜ਼ਾਮਪਲਸ ਕੀ ਨੇ ਕਿ ਇਹ ਕਿੱਥੇ ਕੰਮ ਕਰਦੀ ਹੈ। ਦੇਖੋ ਸਾਨੂੰ ਪਤਾ ਹੈ ਕਿ ਇਲੈਕਟ੍ਰੋਮੈਗਨੈਟਿਕ ਫੋਰਸ ਜੋ ਹੈ that is 10⁻36 times stronger than the gravitational force ਐਂਡ ਸਾਨੂੰ ਇਹ ਵੀ ਪਤਾ ਹੈ ਕਿ ਇਲੈਕਟ੍ਰੋਮੈਗਨੈਟਿਕ ਫੋਰਸ ਜੋ ਹੈ ਇਹ ਕਿੱਥੇ ਕੰਮ ਕਰਦੀ ਹੈ, ਐਟੋਮਿਕ ਸਕੇਲ ਦੇ ਉੱਪਰ ਕੰਮ ਕਰਦੀ ਹੈ। ਭਾਵ ਐਟਮਸ ਦੀ ਜਦੋਂ ਅਸੀਂ ਗੱਲ ਕਰਾਂਗੇ, ਐਟਮ ਦੇ ਨਿਊਕਲੀਅਸ ਦੀ ਅਸੀਂ ਜਦੋਂ ਗੱਲ ਕਰਾਂਗੇ ਤਾਂ ਉਸ ਜਗ੍ਹਾ ਤੇ ਇਹ ਕੰਮ ਕਰਦੀ ਹੈ। ਤਾਂ ਇਸ ਦੀਆਂ ਐਗਜ਼ਾਮਪਲਸ ਕੀ ਹੋਣਗੀਆਂ। ਦੇਖੋ ਜਦੋਂ ਵੀ ਅਸੀਂ ਐਟੋਮਿਕ ਸਟਰਕਚਰ ਨੂੰ ਸਟੱਡੀ ਕਰਾਂਗੇ ਤਾਂ ਐਟੋਮਿਕ ਸਟਰਕਚਰ ਨੂੰ ਸਟੱਡੀ ਕਰਦੇ ਟਾਈਮ ਸਾਨੂੰ ਕਿਹੜੀਆਂ ਫੋਰਸਸ ਦੇ ਨਾਲ ਡੀਲ ਕਰਨਾ ਪਏਗਾ, ਇਲੈਕਟ੍ਰੋਮੈਗਨੈਟਿਕ ਫੋਰਸਸ ਦੇ ਨਾਲ ਡੀਲ ਕਰਨਾ ਪਏਗਾ। ਜਦੋਂ ਐਟਮ ਦੇ ਡਿਫਰੈਂਟ ਕਨਸਟੀਟਿਊਐਂਟਸ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਟਰੈਕਸ਼ਨ ਹੋਏਗੀ ਤਾਂ ਜੋ ਫੋਰਸ ਅੱਗੇ ਆਏਗੀ that will be ਇਲੈਕਟ੍ਰੋਮੈਗਨੈਟਿਕ ਫੋਰਸ। ਜਦੋਂ ਅਸੀਂ ਕਿਸੇ ਮੈਟਰ ਦੀ ਗੱਲ ਕਰਾਂਗੇ ਕਿ ਮੈਟਰ ਦੇ ਵਿੱਚ ਐਟਮਸ ਇੱਕ ਦੂਸਰੇ ਨਾਲ ਕਿਵੇਂ ਇੰਟਰੈਕਟ ਕਰ ਰਹੀਆਂ ਨੇ ਤਾਂ ਉਸ ਟਾਈਮ ਤੇ ਸਾਡੇ ਕੋਲ ਸਪ੍ਰਿੰਗ ਫੋਰਸਿਸ ਸਾਹਮਣੇ ਆਉਂਦੀਆਂ ਨੇ, ਟੈਂਸ਼ਨ ਸਾਹਮਣੇ ਆਉਂਦਾ ਹੈ, ਵਿਸਕੋਸਿਟੀ ਹੈ। ਤਾਂ ਇਹ ਸਾਰੀਆਂ ਜੋ ਉਦਾਹਰਨਾਂ ਨੇ ਉਹ ਇਲੈਕਟ੍ਰੋਮੈਗਨੈਟਿਕ ਫੋਰਸਿਸ ਦੀਆਂ ਨੇ ਕਿ ਇਹਨਾਂ ਸਭ ਦਾ origin ਇਲੈਕਟ੍ਰੋਮੈਗਨੈਟਿਕ ਫੋਰਸਿਸ ਕਰਕੇ ਹੁੰਦਾ ਹੈ। ਤਾਂ ਇਹਨਾਂ ਨੂੰ ਅਸੀਂ ਡਾਇਰੈਕਟ ਫੋਰਸਿਸ ਦੇ ਵਿੱਚ ਰੱਖ ਸਕਦੇ ਹਾਂ ਔਰ ਇਹਨਾਂ ਦੀ ਫੰਡਾਮੈਂਟਲ ਫੋਰਸਿਸ ਜੋ ਹੋਏਗੀ that will be ਇਲੈਕਟ੍ਰੋਮੈਗਨੈਟਿਕ ਫੋਰਸ। ਇਸ ਦੇ ਵਿੱਚ ਹੋਰ ਜੋ ਬਹੁਤ ਇੰਪੋਰਟੈਂਟ ਟੌਪਿਕ ਕਵਰ ਹੁੰਦਾ ਹੈ ਇਲੈਕਟ੍ਰੋਮੈਗਨੈਟਿਕ ਫੋਰਸਿਸ ਦੇ ਵਿੱਚ ਉਹ ਹੈ ਡਾਇਨਾਮਿਕਸ ਆਫ ਕੈਮੀਕਲ ਰਿਐਕਸ਼ਨਸ। ਭਾਵ ਕਿ ਤੁਸੀਂ ਕੈਮਿਸਟਰੀ ਦੇ ਵਿੱਚ ਇਹ ਟੌਪਿਕ ਜੋ ਹੈ 12th ਕਲਾਸ ਦੇ ਵਿੱਚ ਔਰ 11th ਦੇ ਵਿੱਚ ਵੀ ਜੋ ਹੈ ਡਾਇਨਾਮਿਕਸ ਪੜ੍ਹੋਗੇ ਰਿਐਕਸ਼ਨਸ ਦਾ। ਉਸ ਦੇ ਵਿੱਚ ਤੁਸੀਂ ਕੀ ਕਰਦੇ ਹੋ, ਤੁਸੀਂ ਇਹ ਦੇਖਦੇ ਹੋ ਕਿ ਰਿਐਕਸ਼ਨ ਦੇ ਵਿੱਚ ਕਿਸ ਤਰ੍ਹਾਂ ਨਿਊਕਲੀਅਸ ਜੋ ਹੈ ਇੱਕ ਤੋਂ ਦੂਸਰੇ ਦੇ ਵਿੱਚ ਕਨਵਰਟ ਹੋ ਰਿਹਾ ਹੈ, ਕਿਸ ਤਰ੍ਹਾਂ ਕੈਮੀਕਲ ਰਿਐਕਸ਼ਨਸ ਜੋ ਨੇ ਫਾਰਵਰਡ ਹੋ ਰਹੀਆਂ ਨੇ, ਉਹ ਸਾਰਾ ਜੋ ਹੈ ਉਹ ਸਾਰਾ ਅੰਡਰ ਆ ਜਾਂਦਾ ਹੈ ਇਲੈਕਟ੍ਰੋਮੈਗਨੈਟਿਕ ਫੋਰਸਿਸ ਦੇ। ਡਾਈਪੋਲ ਮੂਵਮੈਂਟ ਵਗੈਰਾ ਤੁਸੀਂ ਪੜ੍ਹੋਗੇ डिफरेंट मॉलिक्यूल्स लिए, जिमें हाइड्रोक्लोरिक तेजाब है, वाटर है, कार्बन डाइऑक्साइड है, उन्होंने डाइपोल मूवमेंट्स पढ़ोगे वो किसके करके होंगे, इलैक्ट्रोमैग्नेटिक फोर्सेस करके होंगे। क्योंकि उत्थे जो आयन्स ने H पॉजिटिव एंड Cl नैगेटिव HCl एसिड दे विच तो वो डिफरेंट पोल्स की तरह काम करते हैं। डिफरेंट चार्ज पार्टिकल्स ने ड्यू टू देयर चार्ज उन्होंने आपसी कुछ इंटरैक्शनस होणगियां जिसके करके उन्होंने फाइनल जो स्ट्रक्चर है एटम्स का वो साडे सामने आउंदा है। तो वो सारा इलैक्ट्रोमैग्नेटिक डोमेन दे विच तुसीं पढ़दे हो तो वो सब इलैक्ट्रोमैग्नेटिक फोर्सेस दे करके होएगा। तीसरे टाइप की फोर्स जो है दैट इज स्ट्रॉन्ग न्यूक्लियर फोर्स। स्ट्रॉन्ग न्यूक्लियर फोर्स का मीन्स की है, सब तो पहली गल इन्हां दी रेंज असीं डिस्कस करते हाँ कि ये प्रिवेल कित्थे करदियां ने विदन न्यूक्लियस। हुण तुहानूं पता है कि किसी भी एटम का जो न्यूक्लियस हुंदा है बहुत स्मॉल है, उसका साइज है ऑलमोस्ट 10⁻⁻15 मीटर। इन्ना छोटा रेडियस है किसी एटम का जिसके अंदर न्यूक्लियस होता है और न्यूक्लियस के विच जो ने प्रोटॉन और न्यूट्रॉन्स आते हैं। तो यह विदिन न्यूक्लियस प्रिवेल करनगियां स्ट्रॉन्ग न्यूक्लियर फोर्सेस। तो इन्हां दी रेंज की हुई बहुत स्मॉल हुई। फॉर एग्जांपल इफ इट इज द न्यूक्लियस ऑफ सम एटम इन विच इलेक्ट्रॉन्स आर रिवॉल्विंग इन द डिफरेंट ऑर्बिटल्स इन दिस वे। तो ये जो न्यूक्लियस है इस दे विच प्रोटॉन्स और न्यूट्रॉन्स ने ये फोर्सेस जो ने स्ट्रॉन्ग न्यूक्लियर फोर्सेस ये प्रोटॉन एंड न्यूट्रॉन को आपस दे विच बाइंड करन दे विच हेल्पफुल हुंदियां ने। तो इन्हां दी रेंज की हुई विदिन न्यूक्लियस दैट इज 10⁻⁻15 मीटर। नंबर 2 दीज आर ऑलवेज अट्रैक्टिव। इन्हां दी नेचर की है अट्रैक्टिव है। भावें ये प्रोटॉन दे विच होण, भावें ये न्यूट्रॉन प्रोटॉन दे विच होण, भावें ये
ਨਿਊਟਰੋਨ ਦੇ ਵਿੱਚ ਹੁਣ ਇਹ ਹਮੇਸ਼ਾ ਅਟਰੈਕਟਿਵ ਹੀ ਰਹਿਣਗੀਆਂ। ਪ੍ਰੋਟੋਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਹ ਚਾਰਜ ਇਹਨਾਂ ਦੇ ਉੱਪਰ ਸੇਮ ਨੇ, ਤਾਂ ਸੇਮ ਚਾਰਜਸ ਦੇ ਉੱਪਰ ਲਾਈਕ ਚਾਰਜਸ ਦੇ ਕਰਕੇ ਰਿਪਲਸ਼ਨ ਕਿਉਂ ਨਹੀਂ ਹੋ ਰਿਹਾ, ਬਟ ਇਹ ਚਾਰਜ ਇੰਡੀਪੈਂਡੈਂਟ ਫੋਰਸਸ ਨੇ, ਇਹ ਚਾਰਜ ਦੇ ਉੱਪਰ ਡਿਪੈਂਡ ਨਹੀਂ ਕਰਦੀਆਂ ਤੇ ਇਹ ਸਿਰਫ ਅਟਰੈਕਟਿਵ ਇਨ ਨੇਚਰ ਹੋਣਗੀਆਂ। ਇਹ ਚੀਜ਼ ਕਿੱਥੋਂ ਪ੍ਰੂਵ ਹੁੰਦੀ ਹੈ? ਦੇਖੋ, ਸਾਨੂੰ ਪਤਾ ਹੈ ਕਿ ਬਹੁਤ ਸਾਰੇ ਨਿਊਕਲੀਆਈ ਜੋ ਨੇ ਸਟੇਬਲ ਹੁੰਦੇ ਨੇ। ਭਾਵ ਜੇ ਅਸੀਂ ਡਿਫਰੈਂਟ ਐਲੀਮੈਂਟਸ ਦੀ ਗੱਲ ਕਰੀਏ, ਫॉर एग्जांपल ਅਸੀਂ ਲੋਹੇ ਦੇ ਪੀਸ ਦੀ ਗੱਲ ਕਰੀਏ, ਸਾਲਾਂ ਬੱਧੀ ਉਹ ਸਾਡੇ ਸਾਹਮਣੇ ਪਿਆ ਰਹਿੰਦਾ ਹੈ, ਉਸ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਲਾਂ ਦੇ ਬੀਤਣ ਦੇ ਨਾਲ ਉਸ ਦਾ ਸਾਈਜ਼ ਛੋਟਾ ਨਹੀਂ ਹੁੰਦਾ, ਉਹ ਪਿਘਲਦਾ ਨਹੀਂ ਹੈ, ਉਸ ਦਾ ਕੈਮੀਕਲ ਕੰਪੋਜੀਸ਼ਨ ਬਿਲਕੁਲ ਚੇਂਜ ਨਹੀਂ ਹੁੰਦਾ। ਇਟ ਮੀਨਸ ਉਹ ਐਟਮ ਜਿਨ੍ਹਾਂ ਤੋਂ ਮਿਲ ਕੇ ਬਣਿਆ ਹੈ ਉਹਨਾਂ ਦੇ ਵਿੱਚ ਕੋਈ ਬਦਲਾਵ ਨਹੀਂ ਆ ਰਿਹਾ। एटम्स किस तो बने ने, उन्होंने अंदर न्यूक्लियस है। इट मीन्स द न्यूक्लियस स्टेबल है, दैट्स व्हाई द पीस ऑफ आयरन इज एज इट इज। इसका सिंपल सा मीनिंग ये है कि उसका न्यूक्लियस जो है दैट इज अ स्टेबल न्यूक्लियस। उत्थे रिपल्सिव फोर्सेस नालों अट्रैक्टिव फोर्सेस ज़्यादा स्ट्रोंग होणगियां ताकि न्यूक्लियस के पार्टिकल्स नूं बाइंडेड रखा जा सके, एंड वो अट्रैक्टिव फोर्सेस होणगियां स्ट्रोंग न्यूक्लियर फोर्सेस। ਤਾਂ ਇਸ ਸਭ ਤੋਂ ਅਸੀਂ ਕਹਿ ਸਕਦੇ ਹਾਂ ਕਿ ਜੋ ਉੱਥੇ ਫੋਰਸਸ ਪ੍ਰੀਵੇਲ ਕਰ ਰਹੀਆਂ ਨੇ ਬਿਟਵੀਨ ਪ੍ਰੋਟੋਨ ਐਂਡ ਨਿਊਟਰੋਨ, ਉਹ ਕੀ ਨੇ? ਅਟਰੈਕਟਿਵ ਫੋਰਸਸ ਨੇ। ਤਾਂ ਇੱਥੋਂ ਰਿਜ਼ਲਟ ਕੀ ਕੱਢਿਆ? ਇਹ ਇੰਡੀਪੈਂਡੈਂਟ ਆਫ ਚਾਰਜ ਨੇ, ਇੰਡੀਪੈਂਡੈਂਟ ਆਫ ਚਾਰਜ। याद रखनी है ये चीज। नंबर 10, 100 टाइम्स स्ट्रॉन्गर देन EM फोर्सेस। इलैक्ट्रोमैग्नेटिक फोर्सेस जिन्होंने तुसी EM फोर्सेस कह सकते हो। इलैक्ट्रोमैग्नेटिक फोर्सेस तो भी ये 100 टाइम्स स्ट्रॉन्गर ने। इट मीन्स दीज आर द स्ट्रॉन्गेस्ट फोर्सेस अमंग द 4 टाइप ऑफ फंडामेंटल फोर्सेस। पॉइंट इज these are saturated forces। What do you mean by saturated forces? जिवें असीं ग्रेविटेशनल फोर्स दे केस डिस्कस किया कि कोई भी दो ऑब्जेक्ट्स जो यूनीवर्स दे विच पए ने, जो प्रेजेंट ने यूनीवर्स दे विच, वो आपसी इंटरैक्शन करते हैं बाय वर्चू ऑफ देयर मासेस, तो उसनूं असीं ग्रेविटेशनल फोर्स कहा सी। एक दूसरे के उपर वो फोर्स अप्लाई करते हैं, तो ग्रेविटेशनल फोर्सेस की रेंज जो सी दैट वाज इनफाइनाइट रेंज। बट असीं हुणे डिस्कस किया कि स्ट्रॉन्ग न्यूक्लियर फोर्सेस आर प्रिवेलिंग इनसाइड द न्यूक्लियस ओनली, एंड फर्दर इन्हां दी जो फोर्सेस दी नेचर है वो इस तरह की है कि एक न्यूक्लियस दे विच, फॉर एग्जाम्पल इफ इट इज अ न्यूक्लियस, these are protons and neutrons present over here in this way। if in this way the fundamental particles are present over here, तो इत्थे एक पार्टिकल दी इंटरैक्शन सिर्फ उसके नीयरेस्ट नेबर नाल होएगी, जो उस तो अगे पिया है उसके नाल उसकी कोई इंटरैक्शन नहीं होएगी। भाव कि अगर असीं इस प्रोटोन नूं कंसीडर करिए तो इस प्रोटोन नूं 3 डायमेंशन दे विच ਜਿਹੜੇ ਜਿਹੜੇ पार्टिकल्स ने सराउंड किया है, सिर्फ उन्हां पार्टिकल्स के उपर इसकी अट्रैक्टिव फोर्स प्रिवेल करेगी, और जो उन्हां तो पिछे रह गए उन्हां दे उपर उहदा कोई असर नहीं होएगा। तां ਇਹ वाली जो डायरैक्टली ਇਹਦੇ इन्फ्लुएंस ਦੇ ਵਿੱਚ ਨੇ, ਇਹਨਾਂ ਦੇ ਉੱਪਰ ਇਹਦੀ अट्रैक्टिव फोर्स रहेगी, बट जो इस तो दूर रह गया, उस एक लेयर तो बाहर रह गया, उसके ऊपर इसका कोई भी असर नहीं होगा। दिस इज व्हाट नोन एज सैचुरेटेड नेचर ऑफ फोर्सेस। जिस तरह ग्रेविटेशनल फोर्सेस का ओरिजिन मास करके सी, इलैक्ट्रोमैगनैटिक फोर्सेस का ओरिजिन चार्जेस करके सी, उसे तरीके नाल ही न्यूक्लीयर फोर्सेस जो कि स्ट्रॉन्ग न्यूक्लीयर फोर्सेस ने, उन्हां दा ओरिजिन प्रोटोन या न्यूट्रॉन की स्पिन करके हुंदा है। वट डज दिस रियली मीन? इसका मतलब है कि न्यूट्रॉन एंड प्रोटोन न्यूक्लियस दे विच स्पिन करते रहंदे ने क्लॉकवाइज एंड एंटी क्लॉकवाइज डायरैक्शनस दे विच, और उन्हां दी स्पिन दे करके जो उन्हां दे विच फोर्सेस एक दूसरे दे विच लगदियां ने, उन्हां नूं असीं कहंदे हां स्ट्रॉन्ग न्यूक्लीयर फोर्सेस। हाँ जी, वीक न्यूक्लीयर फोर्सेस जो ने ये भी इनसाइड द न्यूक्लियस प्रिवेल करदियां ने। तो नंबर 1 इन्हां दी रेंज की होई देखो विद इन न्यूक्लियस। तो इस -16 का की भाव हुंदा है जदों किसी चीज़ की पावर जो है दैट इज इन माइनस, तो इसका मतलब है कि इसको असीं 1 डिवाइडेड बाय 10 रेज 16 मीटर कह सकते हाँ। इसका मीनिंग की होया कि 1 मीटर दे विच तुसीं इन्ने हिस्से बना लो 10 रेज 16। 1 मीटर नूं जैसे डिवाइड किया, दिस इज 2 पार्ट्स ऑफ 1 मीटर, दीज आर 4 पार्ट्स,
In this way, we are taking these many parts and that will be very small. ਤਾਂ ਉਹ ਇੰਨਾ small ਜੋ size ਹੈ ਉਸਦੇ within ਜੋ ਹੈ ਇਹ weak nuclear forces ਜੋ ਨੇ ਉਹ prevail ਕਰਦੀਆਂ ਨੇ। ਤਾਂ ਕਿੱਥੇ ਤੁਹਾਡੇ ਸਾਹਮਣੇ weak nuclear forces ਆਉਂਦੀਆਂ ਨੇ? ਜਦੋਂ ਬੀਟਾ ਡਿਕੇ ਪ੍ਰੋਸੈਸ ਹੁੰਦੇ ਨੇ। ਬੀਟਾ ਡਿਕੇ ਪ੍ਰੋਸੈਸਸ ਕੀ ਨੇ? ਦੇਖੋ ਨਿਊਕਲੀਅਸ ਦੇ ਵਿੱਚ ਇਹ ਫੋਰਸਸ ਰਿਜ਼ਾਈਡ ਕਰ ਰਹੀਆਂ ਨੇ। ਤਾਂ ਜਦੋਂ ਇੱਕ ਨਿਊਕਲੀਅਸ ਦੂਸਰੇ ਨਿਊਕਲੀਅਸ ਦੇ ਵਿੱਚ ਟੁੱਟਦਾ ਹੈ ਤਾਂ ਤੁਸੀਂ 10th ਕਲਾਸ ਦੇ ਵਿੱਚ ਫਿਜ਼ਨ ਐਂਡ ਫਿਊਜ਼ਨ ਪੜ੍ਹਿਆ ਸੀ ਕਿ ਜਦੋਂ ਕੋਈ ਨਿਊਕਲੀਅਸ ਟੁੱਟਦਾ ਹੈ ਭਾਵ ਨਿਊਕਲੀਅਰ ਫਿਜ਼ਨ ਪ੍ਰੋਸੈਸ ਹੁੰਦਾ ਹੈ ਉਹ ਕਿਸੇ ਹੈਵੀ ਨਿਊਕਲੀਅਸ ਦੇ ਹੈਵੀਨੈਸ ਦੇ ਕਰਕੇ ਹੁੰਦਾ ਹੈ। ਬੀਇੰਗ ਹਾਈਲੀ ਅਨਸਟੇਬਲ ਹੈਵੀ ਨਿਊਕਲੀਅਸ ਜੋ ਹੁੰਦੇ ਨੇ ਉਹ ਸਮਾਲ ਨਿਊਕਲੀਅਸ ਦੇ ਵਿੱਚ ਸਪਲਿਟ ਹੋ ਜਾਂਦੇ ਨੇ ਔਰ ਜਦੋਂ ਸਪਲਿਟਿੰਗ ਦਾ ਇਹ ਪ੍ਰੋਸੈਸ ਹੁੰਦਾ ਹੈ ਤਾਂ ਉਸ ਦੇ ਵਿੱਚ ਬੀਟਾ ਡੀਕੇਜ਼ ਜੋ ਨੇ ਉਹ ਪ੍ਰੀਵੇਲ ਕਰਦੇ ਨੇ। ਡਾਇਗਰਾਮ ਦੇ ਵਿੱਚ ਵੇਖੋ ਕਾਰਬਨ 14 ਦਾ ਨਿਊਕਲੀਅਸ ਹੈ ਜਿਸ ਦੇ ਵਿੱਚ ਪਹਿਲਾਂ 6 ਪ੍ਰੋਟੋਨ ਐਂਡ 8 ਨਿਊਟਰੋਨ ਬਟ ਆਫਟਰ ਰਿਐਕਸ਼ਨ 6 ਪ੍ਰੋਟੋਨਸ ਜੋ ਨੇ ਉਹ 7 ਪ੍ਰੋਟੋਨਸ ਦੇ ਵਿੱਚ ਕਨਵਰਟ ਹੋ ਚੁੱਕੇ ਨੇ। ਮੀਨਸ ਇੱਕ ਪ੍ਰੋਟੋਨ ਜੋ ਹੈ ਇੱਥੇ ਇਨਕਰੀਜ਼ ਹੋਇਆ ਹੈ ਬਟ ਨਿਊਟਰੋਨਸ 8 ਤੋਂ 7 ਰਹਿ ਗਏ ਨੇ ਭਾਵ ਇੱਕ ਨਿਊਟਰੋਨ ਜੋ ਹੈ ਉਹ ਘਟ ਗਿਆ ਹੈ। ਤਾਂ ਇੱਥੇ ਕੀ ਹੋਇਆ, ਇੱਕ ਨਿਊਟਰੋਨ ਜੋ ਹੈ ਉਹ ਪ੍ਰੋਟੋਨ ਦੇ ਵਿੱਚ ਕਨਵਰਟ ਹੋ ਚੁੱਕਿਆ ਹੈ। ਪ੍ਰੋਟੋਨ ਦੇ ਨਾਲ ਇੱਥੇ ਇੱਕ ਐਂਟੀ ਨਿਊਟਰੀਨੋ ਐਂਡ ਇਲੈਕਟ੍ਰੋਨ ਵੀ ਪ੍ਰੋਡਿਊਸ ਹੋਏ ਨੇ ਰਿਐਕਸ਼ਨ ਦੇ ਵਿੱਚ ਜਿਹੜਾ ਕਿ ਸਭ ਬੀਟਾ ਡਿਕੇਜ਼ ਦੇ ਕਰਕੇ ਹੋ ਰਿਹਾ ਹੈ। ਔਰ ਇੱਥੇ ਜੋ ਇੰਟਰੈਕਸ਼ਨ ਤੁਹਾਡੇ ਅੱਗੇ ਆਏਗੀ ਦੈਟ ਵਿਲ ਬੀ ਦ ਵੀਕ ਨਿਊਕਲੀਅਰ ਫੋਰਸ। ਇਸ ਦੇ ਨਾਲ ਹੀ ਤੁਹਾਡਾ ਅੱਜ ਦਾ ਟੌਪਿਕ ਕੰਪਲੀਟ ਹੁੰਦਾ ਹੈ। ਉਮੀਦ ਹੈ ਤੁਹਾਨੂੰ ਸਭ ਸਮਝ ਆਇਆ ਹੋਵੇਗਾ। ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ ਐਂਡ ਵੈਲ ਨੋਟੀਫਿਕੇਸ਼ਨ ਬਟਨ ਜੋ ਹੈ ਉਸ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਕੋਲ ਵੀਡੀਓਜ਼ ਦੀ ਪਹੁੰਚ ਸਕੇ। ਥੈਂਕ ਯੂ।